हम मैले तुम उजल करते, हम निर्गुण तू दाता। हम मूर्ख तुम चतुर सयाने, तू सर्व कला का ज्ञाता। माधव हम ऐसे तू ऐसा, हम पापी तुम पाप खंडन। नीको ठाकुर देशा, दंडोत वंदन अनेक बार। सर्व कला समरथ, डोलन ते राखो प्रभु। नानक दे कर हथ, सतनाम। धन वाहे गुरु साहिब जियो। आसा महला चौथा। जिन मस्तक तुर हर लिखिया, तिना सतगुर मिलिया राम राजे। जिन मस्तक तुर हर लिखिया, तिना सतगुर मिलिया राम राजे। अज्ञान अंधेरा कटिया, गुर ज्ञान घट बलिया। हर लद्धा रतन पदार्थो, फिर बहुड़ ना चलिया। जन नानक नाम आराध्या, आराध हर मिलिया। हर लद्दा रतन पदार्थो, फिर बहुड़ ना चलिया। जन नानक नाम आराध्या, आराध हर मिलिया। वाहिगुरु जी का खालसा, वाहिगुरु जी की फतेह। परम सम्मान योग जुगो जुग अटल साहिब श्री गुरु ग्रंथ साहिब सच्चे पातशाह जी दी पावन पवित्र हजूरी अंदर सतगुरु गुरु रामदास जी महाराज हजूर दी रसना तो उचारण किए हुए संत, जिस दी विचार आप जी सरवण कर रहे हो। कल कुछ तकनीकी कारणा करके आप जी दे सन्मुख लड़ीवार विचार नहीं कर सके। आओ जिथे आपां परसों
ਹਜ਼ੂਰ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਛੱਡੀ ਸੀ। ਉਸ ਤੋਂ ਅਗਲਾ ਬਚਨ ਅੱਜ ਚੌਥਾ ਛੰਤ ਆਰੰਭ ਹੋਇਆ ਹੈ। ਇਸ ਅੰਮ੍ਰਿਤ ਬਚਨ ਦੀ ਵਿਚਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰਕੇ ਵਿੱਚ ਵਰਤ ਕੇ ਕਰਾ ਲੈਣ। ਆਪ ਜਿਤਨੇ ਦੇਸ਼ ਪ੍ਰਦੇਸ਼ ਵਿੱਚ ਘਰਾਂ ਵਿੱਚ ਬੈਠੇ ਵਿਚਾਰ ਸਰਵਣ ਕਰ ਰਹੇ ਹੋ, ਸੁਰਤ ਕਰਕੇ ਬਖਸ਼ੋ ਆਸ਼ੀਸ਼। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਜੋ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਦੇ ਅੱਖਰੀ ਅਰਥ ਨੇ ਆਰੰਭ ਵਿੱਚ ਆਸਾ ਮਹੱਲਾ ਚੌਥਾ। ਰਾਗ ਆਸਾ ਹੈ ਔਰ ਚੌਥੇ ਗੁਰਦੇਵ ਸਤਿਗੁਰੂ ਗੁਰੂ ਰਾਮਦਾਸ ਜੀ, ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਇਸ ਅੰਮ੍ਰਿਤ ਛੰਤ ਨੂੰ ਉਚਾਰਨ ਕੀਤਾ ਹੈ। ਮਹਾਰਾਜ ਕਰਨ ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਜਿਨ ਦਾ ਲਫ਼ਜ਼ੀ ਅਰਥ ਜਿੰਨਾ, ਮਸਤਕ ਤੋਂ ਮੁਰਾਦ ਆਪ ਅਰਥ ਸਮਝਦੇ ਹੋ ਮੱਥਾ, ਧੁਰ ਦਾ ਅਰਥ ਹੈ ਮੁੱਢ ਤੋਂ। ਪਰਮਾਤਮਾ ਨੇ ਆਪਣੇ ਘਰ ਤੋਂ ਜਿਨ੍ਹਾਂ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਜਾਂ ਪ੍ਰਭੂ ਨੇ ਆਪਣੇ ਘਰ ਤੋਂ ਹਰੀ ਨੇ ਲਿਖਿਆ ਹੈ, ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਜਾਂ ਪ੍ਰਭੂ ਨੇ ਮੁੱਢ ਤੋਂ ਲਿਖ ਦਿੱਤਾ, ਉਹਨਾਂ ਨੂੰ ਸਤਿਗੁਰੂ ਦਾ ਮਿਲਾਪ ਹਾਸਲ ਹੁੰਦਾ ਹੈ, ਉਹਨਾਂ ਨੂੰ ਸਤਿਗੁਰੂ ਮਿਲਿਆ ਹੈ। ਉਹ ਹੀ ਸਤਿਗੁਰੂ ਜੀ ਦੀਖਿਆ ਸਿੱਖਿਆ ਉਪਦੇਸ਼ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰਦੇ ਆ। ਇਹ ਪਹਿਲੀ ਤੁਕ ਦੇ ਅੱਖਰੀ ਅਰਥ ਨੇ ਕਿ ਜਿਨ ਮਸਤਕ ਧੁਰ ਹਰ ਲਿਖਿਆ, ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਤੇ ਸਤਿਗੁਰਾਂ ਨੇ ਕੀ ਕੀਤਾ? ਅਗਿਆਨ ਅੰਧੇਰਾ ਕੱਟਿਆ। ਜਿਹੜਾ ਹਨੇਰਾ ਸੀ ਅਗਿਆਨਤਾ ਦਾ, ਬੇਸਮਝੀ ਦਾ, ਸਮਝ ਕੋਈ ਨਹੀਂ ਸੀ, ਉਸ ਹਨੇਰੇ ਨੂੰ ਸਤਿਗੁਰਾਂ ਨੇ ਕੱਟ ਦਿੱਤਾ। ਗੁਰ ਗਿਆਨ ਘਟ ਬਲਿਆ। ਉਸ ਹਿਰਦੇ ਵਿੱਚ ਸਤਿਗੁਰੂ ਨੇ ਆਪਣੀ ਗਿਆਨ ਦੀ ਰੋਸ਼ਨੀ, ਗਿਆਨ ਦਾ ਦੀਵਾ, ਘਟ ਦਾ ਅਰਥ ਹਿਰਦਾ, ਬਲਿਆ ਦਾ ਅਰਥ ਮਚਣਾ, ਪ੍ਰਕਾਸ਼ਿਤ ਹੋ ਜਾਣਾ। ਸਤਿਗੁਰੂ ਨੇ ਅਗਿਆਨ ਦਾ ਹਨੇਰਾ ਕੱਟ ਦਿੱਤਾ ਤੇ ਉਹਨਾਂ ਦੇ ਅੰਦਰ ਗਿਆਨ ਦਾ ਦੀਵਾ, ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਕਰ ਦਿੱਤਾ। ਗਿਆਨ ਬਲ ਉੱਠਿਆ। ਉਸ ਗਿਆਨ ਦੇ ਪ੍ਰਕਾਸ਼ ਵਿੱਚ ਲੱਭਾ ਕੀ? ਹਰ ਲੱਦਾ ਰਤਨ ਪਦਾਰਥੋ। ਹੈ ਤਾਂ ਅੰਦਰ ਹੀ ਸੀ, ਪਰ ਹਨੇਰੇ ਵਿੱਚ ਨਜ਼ਰ ਨਹੀਂ ਸੀ ਆ ਰਿਹਾ। ਗੁਰਾਂ ਨੇ ਗਿਆਨ ਦਾ ਦੀਵਾ ਬਾਲਿਆ ਤੇ ਉਸ ਸਰੀਰ ਵਿੱਚੋਂ, ਉਸੇ ਘਰ ਵਿੱਚੋਂ ਮਹਾਰਾਜ ਕਹਿੰਦੇ ਲੱਦਾ ਦਾ ਅਰਥ ਲੱਭਾ, ਰਤਨ ਪਦਾਰਥੋ। ਪਰਮੇਸ਼ਵਰ ਦਾ ਨਾਮ ਰੂਪੀ ਜਿਹੜਾ ਕੀਮਤੀ ਰਤਨ ਪਦਾਰਥ ਹੈ, ਉਹ ਸਾਡੇ ਅੰਦਰੋਂ ਹੀ ਲੱਭ ਗਿਆ। ਪਰ ਚਾਨਣ ਵਿੱਚ ਮਹਾਰਾਜ ਕਹਿੰਦੇ ਨੇ ਹਰ ਲੱਦਾ ਰਤਨ ਪਦਾਰਥੋ, ਫਿਰ ਬਹੁੜ ਨਾ ਚੱਲਿਆ। ਉਹ ਜਿਹੜਾ ਰਤਨ ਪਦਾਰਥ ਨਾ ਮਿਲਿਆ, ਉਹ ਦੁਬਾਰਾ ਫਿਰ ਚੱਲਿਆ ਨਹੀਂ, ਉਹ ਗਵਾਚਿਆ ਨਹੀਂ, ਉਹਨੂੰ ਕੋਈ ਖੋ ਨਹੀਂ ਸਕਿਆ।
पर वो मिलिया चानन विच, हनेरे विच नहीं। महाराज फिर अखीर ते कह रहा, जन नानक नाम आराध्या। गुरु रामदास बचन कर रहा, दास नानक ने नाम नूं आराध्या, नाम दी आराधना कीती, नाम दा सिमरन कीता। जन नानक नाम आराध्या, आराध हर मिलिया, ते प्रभु दे नाम नूं आराध के उस दा सिमरन करके हरी परमात्मा दी प्राप्ति हुई है। एक है अज जिहड़ा विचार अधीन अमृत बचन, अमृत शंत है, उस दे आरंभक जो असी रोज़ अखरी अर्थ करने विचार अधीन बचना दे, ये ने अज दे इस अमृत बचन दे अखरी अर्थ। हुण इस दी विचार है। पहली तुक तो शुरू करने आ। जिन मस्तक धुर हर लिखिया, तिना सतगुर मिलिया राम राजे। जिन्हां दा मुੱਢ तो दरगाह तो परमेश्वर ने मस्तक दा ये लेख लिख दिता, ते सच्चे पातशाह कहंदे ने उन्हां नूं सतगुरु दा मिलाप हासिल होया। गुरु ग्रंथ साहिब जी दी अमृत बाणी वुड़ी कलाम नूं, मस्तक दे लेख नूं, किस्मत नूं, भाग नूं, इन्हां सारियां चीज़ां नूं इन्हां नूं स्वीकार करदी है। जिवें सतगुरु दे अमृत बचन असीं पढ़ने हैं, जैसी कलम वुड़ी है मस्तक, तैसी जियड़े पास। उस विच भी सतगुरां ने कहा कि जो कुछ ओदी लगातार चलती हुई कलम है, वो कुछ ही इस जीव नूं इस नूं प्राप्त होना है। गुरु साहिब जी ने जे सतगुरु का मिलाप मनुख नूं हुंदा है, ते इस विच गल बिल्कुल स्पष्ट कर दिती कि मुੱਢ तो धुर तो जो कुछ परमात्मा ने लिख दिता, गुरु मिलिया ही उन्हां नूं जिन्हां दे धुर मस्तक ते लिखिया सी। इहदे विच सतगुरु परमात्मा दी उस बख्शिश दा जिक्र करदे आ, क्योंकि उस दी नज़र तो बिना, उस दी बख्शिश तो बिना सतगुरु दा मिलाप नहीं हुंदा। ते इस गल नूं आस्तिकता नाल आपां ज़हन विच जरूर बिठा लईए कि जिन्ने आपां शुभ कर्म कर रहे हैं, सतगुरु दा मिलाप है, सत संगत दा मिलाप है, नाम दी बख्शिश है। सच ये वे कि पार ब्रह्म परमेश्वर ने धुर दरगाह तो मस्तक दे विच, जीव दे मस्तक विच लिख दिता है। जिवें असी गुरु ग्रंथ साहिब विचों ये पाठ करने हैं, थोड़े जे बचन ने महाराज जी दे कि नदर करे जे अपनी, तां नदरी सतगुर पाया। सतगुरु गुरु नानक साहिब बख्शिश करदे आ कि जे पार ब्रह्म परमेश्वर तुसी अपनी नदर करो, ते तुहाडी नदर करके ही सतगुरु दा मिलाप हासिल हुंदा है। इस नूं फिर बेनती नूं आपां गुरु नानक साहिब सच्चे पातशाह जी दे सिख हाँ, असी गुरु ग्रंथ साहिब जी दे मनण हारे सिख हाँ, ते ये पहला शुकराना तां ये करिए परमात्मा दा, पहला शुक्र तां वाहिगुरू जी दा ये करिए कि परमेश्वर जी तुहाडा कोटान कोट शुक्र है कि तुसी सानू सतगुरु गुरु नानक साहिब जी जैसा मुरशद दे दिता, तुसी मस्तक ते लिख दिता। साडा संबंध गुरसिੱਖੀ नाल, गुरु घर नाल, गुरु नानक नाल, गुरु गोबिंद सिंह जी दे घर नाल बनना है। तुहाडा कोटान कोट शुक्र, ये तेरे लिखे होए दी बदौलत अज असी गुरु नानक दा प्यार मान रहे हैं। महाराज जी दे इस बचन कि नदर करे जे अपनी, तां नदरी सतगुर पाया। जे परमात्मा दी नदर होवे ते उस दी नदर दे नाल ही समरथ सतगुरु दी प्राप्ति हुंदी है। इहदा मतलब कि सतगुरु दा मिलाप नदर भाग धुर मस्तक लिखिया। तां दूसरा गुरुदेव जी का एक बचन होर आउंदा है। सिर मैं बाणी चोरा बेनती कर रहा कि गुरमत अनुसार सतगुरु सत संगत नाम चंगा मिलाप ये परमेश्वर दे लिखे अनुसार ही हो रहा है। हजूर सच्चे पातशाह जी कह रहे हैं कि संत सभा ओट गुर पूरे, धुर मस्तक लेख लिखाए। हुण इत्थे भी सतगुरु ने शब्द वरत्या धुर मस्तक,
ਜਿਵੇਂ ਹਜ਼ੂਰ ਨੇ ਕਿਹਾ, ਜਿਨ ਮਸਤਕ ਧੁਰ ਹਰ ਲਿਖਿਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਬਚਨ ਕਰ ਰਿਹਾ, ਇੱਕ ਸਾਧ ਸੰਗਤ, ਦੂਸਰਾ ਪੂਰੇ ਗੁਰੂ ਦੀ ਓਟ। ਇਹ ਉਹਨਾਂ ਨੂੰ ਨਸੀਬ ਹੋਈ ਜਿਨ੍ਹਾਂ ਨੇ ਧੁਰ ਪਰਮਾਤਮਾ ਦੇ ਘਰ ਵਿੱਚੋਂ ਇਹ ਲੇਖ ਲਿਖਾ ਕੇ ਆਏ। ਮਹਾਰਾਜ ਕਹਿੰਦੇ, ਸੰਤ ਸਭਾ ਓਟ ਗੁਰ ਪੂਰੇ, ਧੁਰ ਮਸਤਕ ਲੇਖ ਲਿਖਾਏ। ਜਨ ਨਾਨਕ ਕੰਤ ਰੰਗੀਲਾ ਪਾਇਆ, ਫਿਰ ਦੁੱਖ ਨਾ ਲੱਗਾ ਆਏ। ਫਿਰ ਦੁੱਖ ਨਾ ਲੱਗਾ ਆਏ, ਉਹਨੂੰ ਫਿਰ ਦੁੱਖ ਨਹੀਂ ਲੱਗਦਾ। ਇਹ ਸੰਤ ਸਭਾ ਓਟ ਗੁਰ ਪੂਰੇ, ਇਹ ਵੀ ਮਹਾਰਾਜ ਕਹਿੰਦੇ ਧੁਰ ਤੋਂ ਲੇਖ ਲਿਖਾ ਕੇ ਆਇਆ। ਤੀਸਰਾ ਮਹਾਰਾਜ ਜੀ ਦਾ ਇੱਕ ਬਚਨ ਮੈਂ ਸਿਰਫ ਇਸ ਕਰਕੇ ਆਰੰਭ 'ਚ ਕਹਿਣ ਲੱਗਾ ਕਿ ਭਾਈ, ਇਹ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ, ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ, ਗੁਰੂ ਗੋਬਿੰਦ ਸਿੰਘ ਜੀ ਦਾ ਅੰਮ੍ਰਿਤ, ਤੇ ਸਾਰੀਆਂ ਦਾਤਾਂ ਇੱਕ ਹੀ ਨੇ। ਪਰ ਪਿਆਰਿਓ, ਇਹ ਸੱਚ ਇਹ ਵੇ, ਖੁਸ਼ਕਿਸਮਤ ਅਸੀਂ, ਭਾਗਾਂ ਵਾਲੇ ਅਸੀਂ, ਵੱਡੀ ਕਿਸਮਤ ਵਾਲੇ ਅਸੀਂ, ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਰਪਾ ਨਾਲ ਇਹ ਸਭ ਕੁਝ ਨਸੀਬ ਹੋਇਆ ਹੈ। ਹਾਲਾਂਕਿ ਆਪਾਂ ਇਹ ਕਹਾਂਗੇ ਕਿ ਦੇਹੀ ਵੀ ਤਾਂ ਵੱਡਿਆਂ ਭਾਗਾਂ ਨਾਲ ਮਿਲਦੀ, ਕੋਈ ਸ਼ੱਕ ਨਹੀਂ। ਕੱਲ੍ਹ ਨੂੰ ਅੱਗੇ ਬਚਨ ਆਉਣਾ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ, ਜਿਸ ਵਿੱਚ ਸਤਿਗੁਰੂ ਇਹ ਬਖਸ਼ਿਸ਼ ਕਰਨਗੇ ਕਿ ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ। ਮਨੁੱਖਾ ਜਨਮ ਵੀ ਵੱਡਿਆਂ ਭਾਗਾਂ ਨਾਲ ਹੈ, ਪਰ ਜਦੋਂ ਬੰਦਾ ਉਹ ਜਨਮ ਲੈ ਕੇ, ਸਰੀਰ ਲੈ ਕੇ ਪਰਮਾਰਥ ਨੂੰ ਕਮਾਉਣ ਦੀ ਥਾਂ ਕੁਰਾਏ ਪੈ ਜਾਂਦਾ ਹੈ, ਕਈ ਵਾਰੀ ਪਿਆਰਿਓ ਚੰਗੇ ਭਾਗ ਵੀ ਬੰਦਾ ਆਪਣੇ ਸਾੜ ਬੈਠਦਾ ਹੈ। ਜਿਵੇਂ ਗੁਰੂ ਜੀ ਨੇ ਕਿਹਾ, ਦੁਲੱਭ ਦੇਹ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ। ਵੱਡਿਆਂ ਭਾਗਾਂ ਨਾਲ ਦੇਹੀ ਮਿਲੀ, ਜੇ ਨਾਮ ਨਹੀਂ ਜਪਦਾ ਤੇ ਬੰਦਾ ਆਤਮ ਘਾਤ ਵਾਲੇ ਪਾਸੇ ਤੁਰ ਪੈਂਦਾ। ਇਹਨੂੰ ਥੋੜ੍ਹਾ ਜਿਹਾ ਮੈਂ ਬੇਨਤੀ ਨੂੰ, ਮਨ ਨੂੰ ਸਮਝਾਉਣ ਲਈ ਇੱਕ ਉਦਾਹਰਨ ਦੇਣਾ, ਜਿਹੜੀ ਖਾਸ ਕਰਕੇ ਸਿੱਖਾਂ ਦੀ ਭਗਤਮਾਲ ਵਿੱਚ ਵੀ ਔਰ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਪਵਿੱਤਰ ਜੀਵਨ ਦੇ ਵਿੱਚ ਸਾਨੂੰ ਮਿਲਦੀ ਹੈ। ਥੋੜ੍ਹਾ ਜਿਹਾ ਸਿਰਫ ਸਮਝਾਉਣ ਲਈ, ਜਦੋਂ ਪਰਮੇਸ਼ਵਰ ਕਿਸੇ 'ਤੇ ਕਿਰਪਾ ਕਰਦਾ ਹੈ ਤੇ 'ਚ ਕੋਈ ਸ਼ੱਕ ਨਹੀਂ, ਜੋ ਧੁਰ ਲੇਖ ਲਿਖਿਆ ਉਹ ਹੈ, ਪਰ ਗੁਰੂ ਕੋਲ ਇੰਨੀ ਕੁ ਸਮਰੱਥਾ ਹੈ। ਇਸ ਗੱਲ ਨੂੰ ਧਿਆਨ ਨਾਲ ਸੁਣਿਓ, ਗੁਰੂ ਕੋਲ ਇੰਨੀ ਕੁ ਸਮਰੱਥਾ ਹੈ, ਜੇ ਕੁਰਾਏ ਪਏ ਮਨਮੁਖ ਬੰਦੇ, ਟੁੱਟੇ ਹੋਏ ਬੰਦੇ, ਸੱਚ ਇਹ ਵੇ ਕਿ ਪਰਮਾਤਮਾ ਦੀ ਦਰਗਾਹ 'ਚੋਂ ਧੱਕੇ ਹੋਏ ਬੰਦੇ ਵੀ ਜੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲੈਣ ਤੇ ਸਤਿਗੁਰੂ ਉਹਨਾਂ ਧੱਕਿਆਂ ਹੋਇਆਂ ਨੂੰ ਵੀ ਪ੍ਰਭੂ ਦੀ ਦਰਗਾਹ ਦੇ ਵਿੱਚ ਸਵੀਕਾਰ ਕਰਾ ਦਿੰਦਾ ਹੈ। ਇਸ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਬਚਨ ਕਿਹਾ ਹੈ ਕਿ ਆਪੇ ਕੁਦਰਤ ਸਾਜਕੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ। ਹੁਣ ਮੇਰੀ ਬੇਨਤੀ ਸੁਣੋ, ਇਹ 'ਚ ਵੀ ਖੋਟੇ ਵੀ ਉਹਨੇ ਬਣਾਏ, ਖਰੇ ਵੀ ਉਹਨੇ ਬਣਾਏ, ਪਰ ਗੁਰੂ ਜੀ ਦੀ ਭੂਮਿਕਾ ਕੀ ਹੈ, ਸਤਿਗੁਰੂ ਦੀ ਬਖਸ਼ਿਸ਼ ਕੀ ਹੈ, ਗੁਰੂ ਜੀ ਕੀ ਕਰਦੇ ਆ। ਮਹਾਰਾਜ ਜੀ ਨੇ ਬਾਣੀ 'ਚ ਕਿਹਾ ਕਿ ਆਪ ਪਰਮਾਤਮਾ ਨੇ ਸਾਰੀ ਕਾਇਨਾਤ ਬਣਾਈ, ਇਸ ਵਿੱਚ ਉਹਨੇ ਚੰਗੇ ਵੀ ਬਣਾ ਦਿੱਤੇ ਤੇ ਮੰਦੇ ਵੀ ਬਣਾ ਦਿੱਤੇ, ਖੋਟੇ ਕਰਮੀ ਮੰਦ ਕਰਮੀ ਵੀ ਬਣਾਏ ਤੇ ਚੰਗੇ ਵੀ ਬਣਾਏ, ਤੇ ਪਰਖਣ ਵਾਲਾ ਵੀ ਆਪ ਤੇ ਖਜ਼ਾਨੇ 'ਚ ਪਾਉਣ ਵਾਲਾ ਵੀ ਆਪ। ਖਰਿਆਂ ਨੂੰ ਖਜ਼ਾਨੇ 'ਚ ਪਾਈ ਜਾਂਦਾ ਹੈ, ਖੋਟਿਆਂ ਨੂੰ ਬਾਹਰ ਸੱਟੀ ਜਾਂਦਾ ਹੈ। ਤੇ ਹੁਣ ਖੋਟੇ ਕਿੱਥੇ ਜਾਣ ਜੀ, ਬਣਾਏ ਤਾਂ ਨਿਰੰਕਾਰ ਦੇ ਨੇ ਨਾ। ਗੁਰੂ ਸਾਹਿਬ ਨੇ ਇਹੀ ਸਮਝਾਇਆ, ਭਾਈ ਸਿੱਖੋ ਇਸ ਗੱਲ ਨੂੰ ਸਮਝੋ, ਗੁਰ ਪ੍ਰਸਾਦ ਦੀ, ਗੁਰ ਬਖਸ਼ਿਸ਼ ਦੀ ਕਿਉਂ ਲੋੜ ਹੈ। ਇੱਥੇ ਮਹਾਰਾਜ ਕਹਿੰਦੇ ਆ ਕਿ ਆਪੇ ਕੁਦਰਤ ਸਾਜਕੈ, ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ। ਅਰਥ ਬੜੇ ਸੌਖੇ ਆ। ਖਰੇ ਖਜ਼ਾਨੇ ਪਾਈਆਂ, ਖੋਟੇ ਸੁੱਟੀਆਂ ਬਾਹਰ ਵਾਰ, ਖੋਟੇ ਸੱਚੀ ਦਰਗਾਹ ਸੁੱਟੀਆਂ। ਹੁਣ ਇਹਦਾ ਮਤਲਬ ਖੋਟਿਆਂ ਬੰਦਿਆਂ ਨੂੰ, ਖੋਟ ਕਰਮ ਕਰਨ ਵਾਲਿਆਂ ਨੂੰ ਪਰਮਾਤਮਾ ਦੀ ਸੱਚੀ ਦਰਗਾਹ ਤੋਂ ਵੀ ਬਾਹਰ ਛੱਡ ਦਿੱਤਾ ਗਿਆ। ਖੋਟੇ ਸੱਚੀ ਦਰਗਾਹ ਸੁੱਟੀਆਂ, ਕਿਸ ਆਗੈ ਕਰਹਿ ਪੁਕਾਰ, ਕਿਹਦੇ ਕੋਲ ਜਾ ਕੇ ਆਪਣਾ ਆਪ ਦੁੱਖ ਰੋਣ ਕਿ ਪਰਮਾਤਮਾ ਕਿ ਅਸੀਂ ਖੋਟੇ, ਸਾਨੂੰ ਤੇਰੀ ਘਰ 'ਚ ਥਾਂ ਨਹੀਂ ਮਿਲਿਆ। ਮਹਾਰਾਜ ਕਹਿੰਦੇ ਇੱਕ ਗੱਲ ਭਰੋਸੇ ਨਾਲ, ਯਕੀਨ ਨਾਲ ਸਮਰੱਥ ਗੁਰੂ 'ਤੇ, ਖੋਟਿਆਂ ਨੂੰ ਸੰਸਾਰ ਨਹੀਂ ਪਸੰਦ ਕਰਦਾ, ਖੋਟਿਆਂ ਨੂੰ ਨਿਰੰਕਾਰ ਨਹੀਂ ਘਰ 'ਚ ਥਾਂ ਦਿੰਦਾ, ਪਰ ਇੱਕ ਥਾਂ ਹੈ ਕਿ ਖੋਟਾ ਬੰਦਾ ਵੀ ਗੁਰੂ ਦੀ ਸ਼ਰਨ ਵਿੱਚ ਪੈ ਜਾਏ ਤੇ ਸਤਿਗੁਰੂ ਸ਼ਬਦ ਦੀ ਬਦੌਲਤ ਉਸ ਖੋਟੇ ਨੂੰ
खरा बना के परमात्मा की दरगाह विच प्रवान करा देंदे आ। ये पूरा बचन है, आपे कुदरत साज कै आपे करे विचार, एक खोटे एक खरे आपे परखणहार, खरे खजाने पाहिएं खोटे सुटियां बाहर बाहर, खोटे सच्ची दरगाह सुटियां किस आगे करें पुकार। अगला बचन है, सतगुर पिछे भज पवें एखा करनी सार, सतगुर खोटियों खरे करे शब्द सवार नहार। इस बेनती नूं फिर सुनियो कि खोटे सच्ची दरगाह सुटियां, यही तो कारण कि गुरु घर दे अंदर मनुख नूं अंतले समय तक भी मौका दिता जाता है, अंतले साह तक भी मौका दिता जाता है। जे हुण भी तू आ जाए तो तेरा पार उतारा हो जाएगा। कई बारी साडे मन च आउंदा है ना जी, देखो जी इन्ने जिंदगी दे कीते पाप, इन्ने कीते गुनाह, इन्ने इन्ने पाप कीते हुणे तर जूगा, अक्सर सुनने नूं मिलदा है। ते जेड़े बंदे इस पासे चलदे आ, साडा समाज उन्हां चलदियां दियां लत्तां भी खिच्चदा है। ये अक्सर असीं सुनने आ भी 900 चूहे खा के बिल्ली खज नूं चली, पर चली तो है ना, वो जेड़े खादे ने वो पिछे रह गया। हाँ, जाके पाप करे तो गुनाहगार है, पर जे बंदा तोरी पिया तो महाराज सच्चे पातशाह कहते आ कि भाई सज्जनों, अंतले साह तक भी अजू समझ कच बिगड़ियो नाहिन भजले मुरार, अजे भी तू समझ जा तेरा पार उतारा हो जाएगा। गुरु कोले बख्शिश है कि वो इन्ने नकम्मे बंदे नूं भी परमात्मा की दरगाह दे विच स्वीकार करा देंदे आ। इत्थे एक अर्ज होर जिहड़ी मैं कर लगा हाँ, कई बारी कुसंगत जिहड़ी है वो चंगे कर्म साड़ दी है, पुण्य भी कीते बंदे दे साड़ दिंदी है कुसंगत, ते चंगी संगत बंदे दा वो वेला टाल दिंदी है जदों बंदे ने कोई बज्जर गलती करनी हुंदी है। मैं वो उदाहरण देन लगा कि गुरु नानक साहब दे दरबार विच सिख रोज़ जांदा है, ज़्यादा डिटेल च नहीं, इकट्ठे निकलदे आ। एक जांदा है वेशवा दे पासे, नचन गाउणा खाण पीण वाले पासे, दूजा पास जुदा जांदा है बाबा जी दे कीर्तन विच, ते वो टिचरां करदा, मजाक करदा, की करना पिया उत्थे जाके तूं अखां बंद करके बैठ जाना, की मिलदा तैनूं। वो कहंदा भी एक काम करने आ, कल नूं आपां दोवें चलांगे ते जो कुछ प्राप्त होया, जे तेरी कुसंगत तैनूं कोई मेरे तो वध चंगा दे गई तेरे वाले पासे, नहीं तो फिर जे ना होया तू मेरे नाल सत्संगत भी चली। दूजे दिन साडे उस साखीकार कहंदा है कि जिहड़ा संगत विच आउंदा है उहदे पैर विच सूल चुभ गई, ते जिहड़ा कुसंग भी जांदा है ठुड्डा उहनूं भी वज्जिया। जदों उहने मिट्टी पासे करके देखिया ते थल्ले एक बर्तन सी, उस बर्तन दे उत्ते सोने दियां मोहरां सन। उत्तों खोलिया तां उहने देखिया उत्ते मोहरां ने, थल्ले सारे कोले भरे हुए सन। वापस आके मिल गए। वो देखदा जिहड़ा संगत विच आ रहा है वो पैर लंघांदा हुंदा है, उहदे कांडे उहदे सूल चुभी, ते दूजा खुश खिड़िया तुरिया हुंदा है। आपस विच जदों मिलदे आ ते पुछदे आ की मिलिया, संगत विच आउण वाला कहंदा मेरे पैरां विच सूल चुभी, दूसरा कहंदा वेख मैनूं सोने दियां मोहरां लभीआं, पर घड़ा थल्लियों कोलियां नाल भरिया सी। वो फिर कहंदा चंगा तां मैं रह गया, तू संगत भी जाना सूल चुभी, मैनू सोने दियां मोहरां लभीआं। ते वो सिख भरोसे वाला कहंदा नहीं, इहदा फैसला सतगुरु गुरु नानक साहब जी करनगे। जांदे आ अपनी विथया सुणांदे आ कि दोनों विचों किहड़ा चंगा रह गया, ते अगे महाराज फिर कहंदे आ जिन्हों सूल चुभी वो चंगा रह गया। दृष्टमान विच तां यही है ना, जिन्हों सोने दियां मोहरां लभीआं वक्ती तौर ते वही चंगा है, पर जिन्हों सूल चुभी वो चंगा किवें हो गया। उत्थे महाराज जी ने कहा सुण ओए, जिन्हों सूल चुभी सी सिखा, जे तू इस रस्ते ते तुर पैंदा, तू गुनाह करदा, कतल हुंदा, तैनूं सज़ा सूली चाढ़न दी होनी सी। चंगे पासे तुर पिया, वो समा टल गया, वो सूली सूल विच बदल गई, ते ये बंदा किते संगत विच आउंदा
ਇਹਨੂੰ ਪੂਰਾ ਭੜਾ ਘੜਾ ਕੀ ਭਰਿਆ ਹੋਇਆ ਸੋਨੇ ਦੀਆਂ ਮੋਹਰਾਂ ਦਾ ਮਿਲਣਾ ਸੀ। ਅੱਜ ਦਰਅਸਲ ਥੋੜ੍ਹੀਆਂ ਜੀਆਂ ਮਿਲੀਆਂ, ਬਾਕੀ ਮੰਦੇ ਰਸਤੇ ਤੇ ਜਾਣ ਕਰਕੇ ਸੋਨਾ ਵੀ ਕੋਲਾ ਬਣ ਗਿਆ। ਗੱਲ ਮੈਂ ਬੇਨਤੀ ਕਰਾਂਗਾ ਸਾਖੀ ਹੈ, ਪਰ ਇਹਦੇ ਜੇ ਅੰਤਰੀਵ ਅਰਥ ਵੀ ਲਈਏ, ਬੰਦਾ ਕੁਰਾਏ ਪਿਆ ਹੋਵੇ ਜਿਹੜਾ ਸੱਚਮੁੱਚ ਸੂਲੀ ਤੇ ਟੰਗਿਆ ਜਾਣਾ, ਗੁਰੂ ਉਹਨੂੰ ਸੂਲ ਵਿੱਚ ਬਦਲ ਦਿੰਦਾ ਹੈ। ਤੇ ਇਹ ਵੀ ਸੱਚ ਹੈ ਕਿ ਜਿਸ ਬੰਦੇ ਨੇ ਮਾੜੇ ਰਸਤੇ ਤੇ ਤੁਰਦਾ ਹੈ, ਕਈ ਵਾਰੀ ਉਸ ਬੰਦੇ ਨੂੰ ਜੋ ਕੁਝ ਮਿਲਣਾ ਉਹ ਵੀ ਜਾਂਦਾ ਰਹਿੰਦਾ ਹੈ। ਪਰ ਮੈਂ ਆਪ ਨੂੰ ਬੇਨਤੀ ਕਰਾਂਗਾ, ਅੱਜ ਦਾ ਵਿਸ਼ਾ ਹੈ ਜਿਨ ਮਸਤਕ ਧੁਰ ਹਰ ਲਿਖਿਆ ਤਿਨ ਸਤਿਨਾ ਸਤਿਗੁਰੂ ਮਿਲਿਆ ਰਾਮ ਰਾਜ। ਮੈਂ ਅਰਜ਼ ਕੀਤੀ ਕਿ ਜਿਹੜੇ ਪਰਮਾਤਮਾ ਦੀ ਦਰਗਾਹ ਵਿੱਚ ਧੱਕੇ ਹੋਏ ਨੇ, ਗੁਰੂ ਕੋਲ ਇੰਨੀ ਸਮਰੱਥਾ ਹੈ, ਇਹੀ ਸ਼ਬਦ ਦੀ ਕਿਰਪਾ ਹੈ। ਤੇ ਫਿਰ ਅਸੀਂ ਕਹਿੰਦੇ ਹਾਂ ਵੀ ਇੰਨੇ ਪਾਪ ਕੀਤੇ, ਇਹ ਬੰਦਾ ਕਿਵੇਂ ਤਰ ਸਕਦਾ? ਗੁਰੂ ਗ੍ਰੰਥ ਸਾਹਿਬ ਕਹਿੰਦੇ ਤਰ ਸਕਦਾ ਹੈ ਕਿ ਜਿਵੇਂ ਇੱਕ ਨਿੱਕੀ ਜੀ ਅੱਗ ਦੀ ਚੰਗਿਆੜੀ, ਇੱਕ ਮਾਚਿਸ ਦੀ ਤੀਲੀ ਕਰੋੜਾਂ ਪੰਡਾਂ ਰੂੰ ਦੀਆਂ ਸਾੜ ਕੇ ਰਾਹ ਕਰ ਦਿੰਦੀ ਹੈ। ਸੱਚ ਇਹ ਵੇ ਕਿ ਗੁਰੂ ਆਪਣੀ ਬਖਸ਼ਿਸ਼ ਕਰੇ, ਇਹਨੂੰ ਭਰੋਸੇ ਨਾਲ ਜਾਣਿਓ। ਕਿੰਨੇ ਜਨਮਾਂ ਦੇ ਕੀਤੇ ਕੋਈ ਗੁਨਾਹ ਪਾਪ ਹੋਣ ਤੇ ਗੁਰੂ ਦੀ ਇੱਕ ਘੜੀ ਦੀ ਨਾਮ ਦੀ ਬਖਸ਼ੀਸ਼ ਉਹਦੇ ਕਰੋੜਾਂ ਜਨਮਾਂ ਦੇ ਕੀਤੇ ਕੋਈ ਪਾਪਾਂ ਨੂੰ ਵੀ ਸਾੜ ਕੇ ਰਾਹ ਕਰ ਦਿੰਦੀ ਹੈ। ਪਰ ਸਤਿਗੁਰੂ ਦੇ ਘਰ ਅੰਤਰ ਆਤਮੇ ਤੋਂ ਚੱਲੇ। ਹਜ਼ੂਰ ਨੇ, ਮੈਂ ਬੇਨਤੀ ਕਰ ਰਿਹਾ ਵੀ ਸਤਿਗੁਰੂ ਦੀ ਪ੍ਰਾਪਤੀ ਮਹਾਰਾਜ ਕਹਿੰਦੇ ਧੁਰ ਮਸਤਕ ਲੇਖ ਲਿਖੇ ਤਾਂ ਮਿਲੇ। ਜਿਵੇਂ ਇੱਕ ਪਾਠ ਅਸੀਂ ਹੋਰ ਕਰਨੇ, ਗੁਰੂ ਜੀ ਦਾ ਹੈ ਕਿ ਜਿਹੜੇ ਸਿੱਖ ਬਾਣੀ ਪੜ੍ਹਦੇ ਆ, ਨਫ਼ਰਤ ਨਹੀਂ ਦੂਜੇ ਕਿਸੇ ਨਾਲ, ਸਿਮਰਨ ਕਰਦੇ ਆ, ਮਹਾਰਾਜ ਕਹਿੰਦੇ ਆ ਤੁਹਾਡੇ ਪੂਰਬਲੇ ਲਿਖੇ ਨੇ ਤੇ ਤੁਸੀਂ ਨੇਮ ਨਿਭਾਉਂਦੇ ਪਏ ਹੋ। ਜਿਵੇਂ ਮਾਨ ਸਰੋਵਰ ਦੇ ਕਿਨਾਰੇ ਹੰਸ ਹੀ ਆ ਸਕਦਾ ਹੈ, ਬਗਲਾ ਨਹੀਂ ਜਾ ਸਕਦਾ। ਕਾਂ ਉੱਥੇ ਕੀ ਕਰੇਗਾ ਜਾ ਕੇ? ਮਾਨ ਸਰੋਵਰ ਦੇ ਕੰਢੇ ਤੇ ਹੰਸ ਆਉਂਦੇ ਨੇ, ਬਗਲੇ ਤੇ ਕਾਂ ਉੱਥੇ ਨਹੀਂ ਪਹੁੰਚ ਸਕਦੇ। ਕਹਿੰਦੇ ਨੇ ਭਾਈ ਸਿੱਖੋ, ਗੁਰੂ ਮਾਨ ਸਰੋਵਰ ਹੈ, ਸਿੱਖ ਹੰਸ ਦੀ ਤਰ੍ਹਾਂ ਹੈ, ਤੇ ਕੇਵਲ ਇਹੀ ਆਏਗਾ ਜਿਹਦੇ ਧੁਰ ਮਸਤਕ ਲੇਖ ਲਿਖੇ, ਉਹ ਗੁਰਬਾਣੀ ਦੇ ਨਾਮ ਮੋਤੀ ਨੂੰ ਚੁਣੇਗਾ। ਬਗਲਾ ਬਿਰਤੀ ਤੇ ਕਾਂ ਬਿਰਤੀ ਉੱਥੇ ਨਹੀਂ ਟਿਕ ਸਕਦੀ, ਕਿਉਂਕਿ ਉਹਨਾਂ ਲੋਕਾਂ ਦੀ ਖੁਰਾਕ ਮਾਨ ਸਰੋਵਰ ਵਿੱਚ ਰੱਬ ਨੇ ਪਾਈ ਹੀ ਨਹੀਂ। ਸਰਵਰ ਦਾ ਤੇ ਹੰਸ ਦਾ ਧੁਰ ਦਰਗਾਹ ਤੋਂ ਮੇਲਾ ਹੈ। ਜਿਵੇਂ ਗੁਰੂ ਜੀ ਦਾ ਬਚਨ ਹੈ, ਸਰਵਰ ਹੰਸ ਧੁਰੇ ਹੀ ਮੇਲਾ, ਖਸਮ ਹੈ ਏਵੇਂ ਭਾਣਾ, ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰੂ ਮਿਲਿਆ ਰਾਮ ਰਾਜੇ। ਮੈਂ ਪਹਿਲੀ ਤੁਕ ਸਿਰਫ ਅਰਥ ਕਰਨੇ। ਸਰਵਰ ਦਾ ਅਰਥ ਸਤਿਗੁਰੂ, ਹੰਸ ਦਾ ਅਰਥ ਕਰਾਂਗੇ ਸਿੱਖ, ਗੁਰਸਿੱਖ, ਗੁਰਮੁਖ। ਸਰਵਰ ਹੰਸ ਧੁਰੇ ਕੀ ਮੇਲਾ, ਖਸਮ ਹੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਸਤਿਗੁਰੂ ਅੰਦਰ ਸ਼ਬਦ ਦਾ ਕੀਮਤੀ ਮੋਤੀ ਹੈ, ਸ਼ਬਦ ਦਾ ਹੀਰਾ ਹੈ, ਇਹੀ ਤਾਂ ਹੰਸ ਦੀ ਖੁਰਾਕ ਹੈ। ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਮੰਨ ਲਓ ਅਸੀਂ ਕਹਾਂਗੇ ਜੀ ਬਗਲਾ ਕਾਂ ਕਿਉਂ ਨਹੀਂ ਰਹਿੰਦਾ? ਉਹਨਾਂ ਦੇ ਲੇਖ ਹੀ ਨਹੀਂ ਲਿਖੇ ਉੱਥੇ ਰੱਬ ਨੇ। ਮਹਾਰਾਜ ਕਹਿੰਦੇ ਨੇ ਸੋ ਹੰਸਾਂ ਕਾ ਖਾਣਾ, ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਕਾਂ ਬਿਰਤੀ ਵਾਲਾ, ਬਗਲੇ ਬਿਰਤੀ ਵਾਲਾ, ਜਿੰਨੀ ਮਰਜ਼ੀ ਚਲਾਕੀ ਵਰਤੇ, ਸਿਆਣਪ ਵਰਤੇ, ਉਹ ਮਾਨ ਸਰੋਵਰ ਕੋਲ ਰਹਿ ਹੀ ਨਹੀਂ ਸਕਦਾ, ਕਿਉਂਕਿ ਧੁਰ ਮਸਤਕ ਤੋਂ ਲੱਭ ਨੇ ਉਹਦੇ ਲੇਖ ਹੀ ਨਹੀਂ ਲਿਖੇ ਨਾਮ ਜਪਣ ਦੇ ਪਿਆਰਿਓ। ਸੱਚ ਇਹ ਉਹਨਾਂ ਦੀ ਅੰਦਰ ਦੀ ਖੁਰਾਕ ਹੀ ਉੱਥੇ ਨੇ। ਸਰਵਰ ਹੰਸ ਧੁਰੇ ਕੀ ਮੇਲਾ, ਖਸਮ ਹੈ ਏਵੇਂ ਭਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾਂ ਕਾ ਖਾਣਾ। ਮਹਾਰਾਜ ਕਹਿੰਦੇ ਨੇ ਬਗਲਾ ਕਾਗ ਨਾ ਰਹੀ ਸਰਵਰ, ਜੇ ਹੋਵੇ ਅਤ ਸਿਆਣਾ। ਉਹਨਾਂ ਰਿਜ਼ਕ ਨਾ ਪਇਓ ਉੱਥੇ, ਉਹਨਾਂ ਹੋਰੋ ਖਾਣਾ। ਉਹਨਾਂ ਦਾ ਉੱਥੇ ਰਿਜ਼ਕ ਹੀ ਨਹੀਂ। ਸਤਿਗੁਰੂ ਗੁਰੂ ਰਾਮਦਾਸ ਪਹਿਲਾ ਬਚਨ ਕਰਦੇ ਨੇ, ਭਾਈ ਗੁਰਸਿੱਖੋ, ਗੁਰੂ ਨਾਨਕ ਸਾਹਿਬ ਜੈਸਾ ਮੁਰਸ਼ਦ ਸਤਿਗੁਰੂ ਮਿਲਿਆ ਹੈ। ਇਹ ਮਸਤਕ ਧੁਰ ਦਰਗਾਹ ਤੋਂ ਪਰਮਾਤਮਾ ਨੇ ਇਹ ਲੇਖ ਲਿਖੇ ਨੇ। ਇਹ ਇਸ ਕਰਕੇ ਅਸੀਂ ਮਿਲੇ ਹਾਂ ਗੁਰੂ ਸਾਹਿਬ ਨੂੰ, ਇਹ ਉਹਦੀ ਬਖਸ਼ਿਸ਼ ਨਾਲ ਸਭ ਕੁਝ ਮਿਲਿਆ ਹੈ। ਅਗਲੀ ਗੱਲ ਫਿਰ ਜੇ ਇੱਥੇ ਮਿਲਿਆ, ਇਹ ਬੜੇ ਕਮਾਲ ਦੇ ਬਚਨ ਮਹਾਰਾਜ ਕਹਿ ਰਹੇ ਆ। ਜਦੋਂ ਆਏ ਸਾਂ ਧੁਰ ਮਸਤਕ ਦੇ ਲੇਖ ਲਿਖੇ, ਮਾਨਵ ਜਨਮ ਮਿਲ ਗਿਆ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੈਸਾ ਮੁਰਸ਼ਿਦ ਮਿਲ ਗਿਆ।
ਤੇ ਜਦੋਂ ਇਹ ਸਰੀਰ ਛੱਡਾਂਗੇ ਉਹ ਧੁਰ ਲਿਖੇ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਪਰਮਾਤਮਾ ਦੀ ਦਰਗਾਹ ਵਿੱਚ ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਜੀਵ ਦੇ ਨਾਲ ਖਲੋਂਦੇ ਆ ਜਿਵੇਂ ਮੰਨ ਲਓ ਕਚਹਿਰੀ ਦੇ ਵਿੱਚ ਕੋਈ ਵਕੀਲ ਕਿਸੇ ਦਾ ਕੇਸ ਭੁਗਤਦਾ ਹੋਵੇ। ਇਹ ਵੀ ਗੁਰੂ ਸਾਹਿਬ ਦੀ ਬਾਣੀ ਦਾ ਵਚਨ ਹੈ। ਮਹਾਰਾਜ ਜੀ ਦਾ ਬਚਨ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਬਸੀਠ ਦਾ ਅਰਥ ਵਕੀਲ, ਉੱਥੇ ਸਾਡੇ ਵੱਲੋਂ ਖਲੋਣ ਵਾਲਾ, ਜਿਹਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਨਾ ਕਿ ਸੱਜਣ ਸਈ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸ਼ਨ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ ਬਸੀਠ। ਹਰ ਨਾਮੋ ਮੰਤਰ ਦਿਰੜਾਏਂਦਾ ਕੱਟੇ ਖੌਮੈ ਰੋਗ, ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨਾ ਧੁਰੇ ਪਿਆ ਸੰਜੋਗ। ਧੁਰੇ ਪਿਆ ਸੰਜੋਗ, ਨਾਨਕ ਸਤਿਗੁਰ ਤਿਨਾ ਮਿਲਾਇਆ। ਮਹਾਰਾਜ ਕਰਨ ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਜਿਨ੍ਹਾਂ ਦੇ ਮਸਤਕ ਤੇ ਧੁਰ ਦਰਗਾਹ ਤੋਂ ਲਿਖਿਆ ਉਹਨਾਂ ਨੂੰ ਸਮਰੱਥ ਸਤਿਗੁਰੂ ਦੀ ਪ੍ਰਾਪਤੀ ਹੋਈ। ਦੇਖੋ ਗੁਰੂ ਨਾਨਕ ਸਾਹਿਬ ਨੇ ਬੜੀ ਸਾਡੇ ਤੇ ਬਖਸ਼ਿਸ਼ ਕੀਤੀ। ਭਾਈ ਸਾਹਿਬ ਦਾ ਨਾਵਲ ਹੈ ਇੱਕ ਬਾਬਾ ਨੋਦ ਸਿੰਘ, ਉਹਦੇ ਵਿੱਚ ਬਾਬਾ ਨੋਦ ਸਿੰਘ ਬੜਾ ਪਿਆਰਾ ਇੱਕ ਬਚਨ ਹੈ। ਮੈਂ ਕਹਾਂਗਾ ਕਿ ਜ਼ਰੂਰ ਇਸ ਨੂੰ ਕਦੀ ਨੇਚੇ ਨਾਲ ਪੜ੍ਹਿਓ। ਸ਼ਬਦ ਨਾਵਲ ਕਿਹਾ ਪਰ ਉਹਨੂੰ ਪੜ੍ਹ ਕੇ ਸੱਚਮੁੱਚ ਅੰਦਰੋਂ ਪ੍ਰੇਮ ਭਾਵਨਾ ਗੁਰੂ ਪ੍ਰਤੀ ਅਥਾਹ ਸ਼ਰਧਾ ਬਣਦੀ ਹੈ ਤੇ ਅੰਦਰ ਦੀ ਈਰਖਾ ਕਪਟ ਧਰਮ ਦੇ ਨਾਮ ਤੇ ਜਿਹੜੀ ਸੰਕੀਰਣਤਾ ਨਿੰਦਿਆ ਚੁਗਲੀ ਬੰਦਾ ਇਹਦੇ ਤੋਂ ਬਿਲਕੁਲ ਬਚ ਜਾਂਦਾ ਹੈ, ਕਿਉਂ ਕੁਝ ਬੜੀ ਸੋਹਣੀ ਪ੍ਰੇਰਨਾ ਦਿੱਤੀ ਹੈ। ਬਾਬਾ ਨੋਦ ਸਿੰਘ ਉਸ ਨਾਵਲ ਦਾ ਪਾਤਰ ਹੈ। ਉਸ ਵਿੱਚ ਮੈਨੂੰ ਇੱਕ ਗੱਲ ਬੜੀ ਪਿਆਰੀ ਲੱਗੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਕਿਰਪਾ ਨਾਲ ਚਾਹੇ ਹਿੰਦੂ ਚਾਹੇ ਮੁਸਲਮਾਨ ਚਾਹੇ ਈਸਾਈ ਮੁਸਾਈ ਆਰੀਆ ਸਮਾਜੀ ਕੋਈ ਵੀ ਆਉਂਦਾ ਉਸ ਗੁਰਮੁਖ ਕੋਲ ਠਾਂਡੇ ਨਹੀਂ ਹੈ। ਹਰ ਬੰਦਾ ਉਹਦੇ ਕੋਲ ਬੈਠਣ ਵਾਲਾ ਉਹਨੂੰ ਆਪਣਾ ਹੀ ਸਮਝਦਾ ਹੈ। ਇੱਕ ਦਿਨ ਕੋਈ ਬਾਹਰੋਂ ਸੱਜਣ ਆਏ, ਬਾਬਾ ਨੋਦ ਸਿੰਘ ਸੰਗਤ ਵੀ ਜਾਂਦੇ ਆ, ਇਕੱਠ ਹੁੰਦਾ ਸਵੇਰੇ ਸ਼ਾਮੀ, ਤੇ ਉਹ ਵੇਖਦੇ ਨੇ ਵੀ ਬਜ਼ੁਰਗ ਤੁਰਿਆ ਹੁੰਦਾ ਹੈ ਤੇ ਹੱਥ ਵਿੱਚ ਉਹਨਾਂ ਨੇ ਡਾਂਗ ਸੋਟਾ ਖੁੰਡਾ ਪਕੜਿਆ। ਆ ਕੇ ਗੁਰੂ ਸਾਹਿਬ ਨੂੰ ਉਹ ਮੱਥਾ ਟੇਕਦੇ ਆ ਤੇ ਜਿਹੜੇ ਬਾਹਰੋਂ ਆਏ ਸੱਜਣ ਨੇ ਉਹਨਾਂ ਵਿੱਚੋਂ ਇੱਕ ਬੇਨਤੀ ਕਰਕੇ ਕਹਿੰਦਾ, ਬਾਬਾ ਜੀ ਅੱਜ ਨਾ ਗੁਰੂ ਨਾਨਕ ਸਾਹਿਬ ਦੇ ਪਰਉਪਕਾਰਾਂ ਦੀ ਕਥਾ ਤੁਸੀਂ ਕਰੋ। ਅੱਜ ਗੁਰੂ ਨਾਨਕ ਸਾਹਿਬ ਦੇ ਪਰਉਪਕਾਰ ਦੀ ਕਥਾ ਵਿਆਖਿਆ ਤੁਸੀਂ ਸਾਨੂੰ ਸੁਣਾਓ। ਬਾਬਾ ਨੋਦ ਸਿੰਘ ਨਿਮਰਤਾ ਵਿੱਚ ਹੱਥ ਜੋੜ ਕੇ ਉਹ ਕਹਿੰਦੇ ਆ, ਭਾਈ ਮੈਂ ਤਾਂ ਵਾਹੀ ਕਰਨ ਵਾਲਾ ਬੰਦਾ ਹਾਂ, ਹਲ ਵਾਹਣ ਵਾਲਾ ਵਾਂ, ਨਾ ਤੇ ਮੈਂ ਵਿਦਵਾਨ ਹਾਂ, ਨਾ ਮੈਨੂੰ ਫਾਰਸੀ ਆਉਂਦੀ ਏ, ਨਾ ਮੈਨੂੰ ਸੰਸਕ੍ਰਿਤ ਆਉਂਦੀ ਏ, ਮੈਂ ਤਾਂ ਸਿਰਫ ਆ ਬਾਬਾ ਜੀ ਦੀ ਬਾਣੀ ਪੜ੍ਹਨਾ ਵਾਂ। ਉਹ ਕਹਿੰਦੇ ਨਹੀਂ ਬਾਬਾ ਜੀ, ਸੰਗਤ ਕਹਿੰਦੀ ਨਹੀਂ ਅੱਜ ਤੁਸੀਂ ਕਥਾ ਕਰੋ। ਪਿਆਰਿਓ ਮੈਨੂੰ ਬੜੀ ਚੰਗੀ ਗੱਲ ਲੱਗੀ। ਉਹ ਉੱਠ ਕੇ ਖੜੇ ਹੁੰਦੇ ਆ ਤੇ ਪਿਆਰ ਨਾਲ ਫਤਿਹ ਬੁਲਾਉਂਦੇ ਆ ਪਹਿਲਾਂ, ਤੇ ਕਹਿੰਦੇ ਆ, ਸਾਧ ਸੰਗਤ ਜੀ ਨਿਰੰਕਾਰ ਨੇ ਜਿਹੜਾ ਆਕਾਰ ਧਾਰਨ ਕੀਤਾ ਉਹਦਾ ਨਾਮ ਗੁਰੂ ਨਾਨਕ ਸਾਹਿਬ ਹੈ। ਸੀ ਨਹੀਂ ਕਹਿੰਦੇ, ਉਹ ਸ਼ਬਦ ਕੈਸਾ ਵਰਤਿਆ। ਜਿਨ੍ਹਾਂ ਨੇ ਨਿਰਾਕਾਰ ਨੇ ਜਿਹੜਾ ਆਕਾਰ ਧਾਰਨ ਕੀਤਾ ਉਸ ਦਾ ਨਾਮ ਗੁਰੂ ਨਾਨਕ ਸਾਹਿਬ ਹੈ। ਅਗਲਾ ਬਚਨ ਕਹਿੰਦੇ ਆ, ਅਸੀਂ ਪਸ਼ੂ ਹਾਂ, ਅਸੀਂ ਪਸ਼ੂ ਸਾਂ, ਉਹ ਆਏ ਉਹਨਾਂ ਨੇ ਸਾਨੂੰ ਪਸ਼ੂਆਂ ਤੋਂ ਇਨਸਾਨ ਬਣਾ ਦਿੱਤਾ। ਕਹਿੰਦੇ ਸਾਧ ਸੰਗਤ ਜੀ ਉਹਨਾਂ ਨੇ ਇਨਸਾਨ ਤੋਂ ਸਾਨੂੰ ਦੇਵਤੇ ਬਣਾ ਦਿੱਤਾ। ਬਸ ਇੰਨੀ ਕਥਾ ਕੀਤੀ ਕਿ ਗੁਰੂ ਨਾਨਕ ਸਾਹਿਬ ਆਏ, ਉਹਨਾਂ ਨੇ ਅਸੀਂ ਪਸ਼ੂ ਸਾਂ, ਸਾਨੂੰ ਪਸ਼ੂਆਂ ਤੋਂ ਇਨਸਾਨ ਬਣਾ ਦਿੱਤਾ, ਇਨਸਾਨ ਤੋਂ ਦੇਵਤੇ ਬਣਾ ਦਿੱਤਾ। ਤੇ ਮੈਂ ਅਰਜ਼ ਕਰਾਂਗਾ ਇੱਥੇ ਦੇਵਤੇ ਦਾ ਅਰਥ ਬ੍ਰਹਮਾ ਵਿਸ਼ਨ ਮਹੇਸ਼ ਨਹੀਂ ਕਰ ਲੈਣਾ। ਉਂਝ ਵੈਸੇ ਦੇਵਤੇ ਦਾ ਅਰਥ ਪ੍ਰਕਾਸ਼ਮਈ ਵੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੁੰਦਾ ਹੈ, ਹਜ਼ੂਰ ਕਹਿੰਦੇ ਸਾਧ ਕਰਮ ਜੋ ਪੁਰਖ ਕਮਾਵੈ, ਨਾਮ ਦੇਵਤਾ ਜਗਤ ਕਹਾਵੈ। ਜਿਹੜਾ ਬੰਦਾ ਚੰਗੇ ਕੰਮ ਕਰਦਾ ਹੈ, ਸ਼ੁਭ ਕਰਮ ਕਰਦਾ ਹੈ, ਪਰਮਾਤਮਾ 'ਤੇ ਭਰੋਸਾ ਰੱਖਦਾ, ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਉਹੀ ਤਾਂ ਦੇਵਤਾ ਹੈ।
साध कर्म जो पुरख कमावै, नाम देवता जगत कहावै। कुकृत कर्म जो जग में करही, नाम असुर तिन को जग तरही। ਜਿਹੜੇ ਭੈੜੇ ਪਰਮ ਕਰਦੇ ਆ ਉਹਨਾਂ ਨੂੰ ਲੋਕ ਰਾਖਸ਼ ਕਹਿੰਦੇ। ਇਹ ਪੁਰਾਣੇ ਇਹੀ ਸ਼ਬਦ ਵਰਤੇ ਜਾਂਦੇ ਸਨ। ਹੁਣ ਗੱਲ ਵੱਖਰੀ ਹੈ ਕਿ ਰਾਖਸ਼ ਦਾ ਵੱਡਾ ਜਿਹਾ ਸਿਰ ਬਣਾ ਦਿੱਤਾ, ਸਿੰਘ ਬਣਾ ਦਿੱਤੇ, ਲਾਲ ਅੱਖਾਂ ਬਣਾਤੀਆਂ। ਪਿਆਰਿਓ ਨਹੀਂ, ਰਾਖਸ਼ ਵੀ ਅੰਦਰ ਦੀ ਬਿਰਤੀ ਹੈ ਤੇ ਦੇਵਤਾ ਵੀ ਅੰਦਰ ਦੀ ਬਿਰਤੀ ਹੈ। ਉਹ ਆਂਦੇ ਆ ਵੀ ਸੁਣੋ ਕਿ ਗੁਰੂ ਨਾਨਕ ਸਾਹਿਬ ਆਏ, ਅਸੀਂ ਪਸ਼ੂ ਸਾਂ, ਸਾਨੂੰ ਪਸ਼ੂਆਂ ਤੋਂ ਉਹਨਾਂ ਇਨਸਾਨ ਬਣਾਇਆ, ਇਨਸਾਨਾਂ ਤੋਂ ਦੇਵਤੇ ਬਣਾ ਗਏ। ਤੇ ਨਾਲ ਉਹ ਸ਼ਬਦ ਕਹਿ ਗਏ, ਧਰਮ ਦੀ ਕਿਰਤ ਕਰੋ, ਨਾਮ ਜਪੋ ਤੇ ਵੰਡ ਕੇ ਛਕੋ। ਤੇ ਨਾਲ ਕਹਿੰਦੇ ਨੇ ਫਤਿਹ ਬੁਲਾ ਕੇ ਕਥਾ ਖਤਮ ਹੋ ਗਈ। ਜਿੰਨੇ ਬੈਠੇ ਸਾਨੂੰ ਵੇਖਣ ਲੱਗ ਪਏ ਵੀ ਗਿਆਨੀ ਤਾਂ ਇੰਨਾ ਟਾਈਮ ਲਾਉਂਦੇ ਆ, ਤੇ ਬਾਬੇ ਨੇ ਬਸ ਮਿੰਟ 2 ਦੇ ਵਿੱਚ ਕੰਮ ਨਿਬੇੜ ਦਿੱਤਾ। ਜਦੋਂ ਬਹਿ ਗਏ ਕਹਿੰਦੇ ਕਿ ਬਸ ਆਹੀ ਕਥਾ ਜੇ। ਇੱਕ ਨੇ ਕਿਹਾ ਬਾਬਾ ਜੀ ਇਹ ਕਥਾ ਹੈ? ਕਹਿਣ ਲੱਗੇ ਮੈਂ ਤੈਨੂੰ ਤੁਹਾਂ ਕਿਹਾ ਮੈਂ ਸੁਣਾ ਦਿੱਤੀ। ਤੁਸਾਂ ਕਿਹਾ ਗੁਰੂ ਨਾਨਕ ਸਾਹਿਬ ਦੇ ਪਰਉਪਕਾਰ, ਤੇ ਪਰਉਪਕਾਰ ਇਹੀ ਨੇ ਕਿ ਪਸ਼ੂਆਂ ਤੋਂ ਇਨਸਾਨ ਬਣਾਇਆ, ਇਨਸਾਨਾਂ ਤੋਂ ਦੇਵਤੇ ਬਣਾਇਆ, ਦੇਵਤੇ ਬਣਾ ਕੇ ਕਿਹਾ ਧਰਮ ਦੀ ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ। ਕਹਿਣ ਲੱਗੇ ਕਥਾ? ਕਹਿਣ ਲੱਗੇ ਮੈਂ ਤੁਹਾਨੂੰ ਸੱਚੀ ਦੱਸਾਂ, ਮੈਂ ਕਿਤਾਬਾਂ ਨਹੀਂ ਪੜ੍ਹੀਆਂ, ਜੋ ਮੇਰੇ ਹੱਡੀ ਵਰਤਿਆ ਮੈਂ ਤੁਹਾਨੂੰ ਉਹੀ ਸੁਣਾ ਦਿੱਤਾ। ਕਹਿੰਦਾ ਮੇਰੇ ਹੱਡੀ ਇਹ ਵਰਤਿਆ। ਪਿਆਰਿਓ ਇਹ ਬੜੇ ਵੱਡੇ ਭਾਗ ਨੇ, ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ। ਇਹ ਬੜੇ ਹਉਮੈ 'ਚ ਇਹਨੂੰ ਲਿਜਾਣਾ ਬੜੇ ਵੱਡੇ ਭਾਗ ਨੇ। ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ, ਬੜੇ ਵੱਡੇ ਭਾਗ ਨੇ। ਸਿੱਖੋ, ਗੁਰੂ ਨੇ ਭਟਕਣ ਤੋਂ ਬਚਾ ਦਿੱਤਾ। ਉਹਨੇ ਸਦੀਵ ਕਾਲ ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨਾਲ ਜੋੜ ਦਿੱਤਾ। ਇਹ ਜਿਨ੍ਹਾਂ ਦੇ ਮਸਤਕ ਦੇ ਭਾਗ ਨੇ, ਮਹਾਰਾਜ ਕਹਿੰਦੇ ਨੇ ਜਿਨ ਮਸਤਕ ਧੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ ਰਾਮ ਰਾਜੇ। ਉਹਨਾਂ ਨੂੰ ਸਤਿਗੁਰੂ ਮਿਲਿਆ। ਫਿਰ ਸਤਿਗੁਰੂ ਨੇ ਕੀ ਕੀਤਾ? ਮਹਾਰਾਜ ਕਹਿੰਦੇ ਨੇ ਅਗਿਆਨ ਅੰਧੇਰਾ ਕੱਟਿਆ। ਜਿਹੜਾ ਅਗਿਆਨ ਸੀ, ਬੇਸਮਝੀ ਸੀ, ਹਨੇਰਾ ਆਪਾਂ ਸਮਝਦੇ ਹਾਂ ਸਾਰੇ, ਅਗਿਆਨਤਾ ਦੇ ਹਨੇਰੇ ਨੂੰ ਕੱਟ ਦਿੱਤਾ। ਉਹ ਕੱਟਿਆ ਕਿਵੇਂ ਗਿਆ? ਇੱਥੇ ਕੱਟਿਆ ਦਾ ਅਰਥ ਤਲਵਾਰ ਨਾਲ ਨਹੀਂ, ਕੈਂਚੀ ਨਾਲ ਨਹੀਂ। ਇੱਥੇ ਕੱਟਿਆ ਕਿਵੇਂ ਗਿਆ? ਗੁਰ ਗਿਆਨ ਘਟ ਬਲਿਆ। ਜਦੋਂ ਜਗਿਆਸੂ ਦੇ ਹਿਰਦੇ ਵਿੱਚ ਗੁਰੂ ਨੇ ਗਿਆਨ ਦਾ ਦੀਵਾ ਬਾਲ ਦਿੱਤਾ ਤੇ ਗਿਆਨ ਦੇ ਦੀਵੇ ਨੇ, ਪ੍ਰਕਾਸ਼ ਨੇ ਹਨੇਰੇ ਨੂੰ ਕੱਟ ਦਿੱਤਾ। ਕਿਉਂਕਿ ਜਿੱਥੇ ਪ੍ਰਕਾਸ਼ ਹੋਵੇਗਾ ਉੱਥੇ ਹਨੇਰੇ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਦੀਵਾ ਬਲੇ ਅੰਧੇਰਾ ਜਾਏ। ਜਦੋਂ ਦੀਵਾ ਬਲ ਗਿਆ ਹਨੇਰਾ ਕਿੱਥੇ ਹੈ? ਇੱਥੇ ਗੁਰੂ ਜੀ ਕਹਿੰਦੇ ਨੇ ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਕਿ ਸਤਿਗੁਰੂ ਕੇਵਲ ਵਿਖਾਵੇ ਮਾਤਰ ਨਹੀਂ, ਅੰਦਰ ਦੀ ਅਗਿਆਨਤਾ ਦੇ ਹਨੇਰੇ ਨੂੰ ਕੱਟ ਦਿੱਤਾ। ਤੇ ਪਿਆਰਿਓ ਸੱਚ ਇਹ ਵੇ ਕਿ ਅੰਦਰ ਨਾਮ ਦਾ ਦੀਵਾ ਬਾਲ ਦਿੱਤਾ। ਇੱਥੇ ਥੋੜ੍ਹੀ ਜਿਹੀ ਮੈਂ ਅਰਜ਼ ਕਰਾਂਗਾ ਆਪ ਜੀ ਨੂੰ। ਮਹਾਰਾਜ ਜੀ ਨੇ ਘਟ ਬਲਿਆ ਤੇ ਦੂਜਾ ਸ਼ਬਦ ਵਰਤਿਆ ਅਗਿਆਨ ਅੰਧੇਰਾ। ਹਨੇਰਾ ਕੀ ਹੈ? ਅਸੀਂ ਕਹਾਂਗੇ ਜਿਵੇਂ ਰਾਤ ਕਹੇ। ਹਨੇਰੇ ਦੀ ਅਕਸਰ ਜਦੋਂ ਅਸੀਂ ਗੱਲ ਕਰੀਏ ਰਾਤ ਨਾਲ, ਤੇ ਜੇ ਗਹਿਰੇ ਹਨੇਰੇ ਦੀ ਗੱਲ ਕਰੀਏ ਤੇ ਅਸੀਂ ਮੱਸਿਆ ਨਾਲ ਤੁਲਨਾ ਦਿੰਦੇ ਹਾਂ ਕਿ ਮੱਸਿਆ ਦੀ ਕਾਲੀ ਰਾਤ, ਮੱਸਿਆ ਦੀ ਕਾਲੀ ਬੋਲੀ ਰਾਤ। ਅਸਲ 'ਚ ਇੱਕ ਬਾਹਰ ਦਾ ਹਨੇਰਾ ਹੈ। ਜਿਹੜਾ ਹਨੇਰਾ ਅਸੀਂ ਚੱਲਨੇ ਹਾਂ, ਸ਼ਾਇਦ ਇੱਕ ਦਿਨ ਬੇਨਤੀ ਕੀਤੀ ਹੋਵੇ, ਜਦੋਂ ਅਸੀਂ ਬਾਹਰ ਚੱਲਨੇ ਹਾਂ ਤੇ ਹਨੇਰਾ ਕਈ ਵਾਰੀ ਇੰਨਾ ਗਹਿਰਾ ਹੁੰਦਾ ਹੈ ਕਿ ਸਾਨੂੰ ਆਪਣਾ ਹੱਥ ਪਸਾਰਿਆਂ ਵੀ ਨਜ਼ਰ ਨਹੀਂ ਆਉਂਦਾ। ਇਹ ਸ਼ਾਇਦ ਪਿਛਲੇ ਦਿਨ ਹੀ ਕਿਹਾ ਹੈ, ਮੈਂ ਫਿਰ ਥੋੜ੍ਹਾ ਜਿਹਾ ਰਿਪੀਟ ਕਰਨ ਲੱਗਾ। ਅਸੀਂ ਬਾਹਰ ਜਾ ਰਹੇ ਹਾਂ, ਮੇਰੇ ਹੱਥ ਨਹੀਂ ਨਜ਼ਰ ਆ ਰਹੇ, ਮੇਰੇ ਪੈਰ ਨਹੀਂ ਦਿਸਦੇ, ਤੇ ਕਈ ਵਾਰੀ ਚੱਲਦਿਆਂ ਹੋਇਆਂ ਬੰਦੇ ਨੂੰ ਰਸਤਾ ਵੀ ਦਿਖਾਈ ਨਹੀਂ ਦਿੰਦਾ ਕਿਉਂਕਿ ਹਨੇਰਾ ਇਹੋ ਜਿਹਾ ਹੈ। ਪਰ ਘੱਟੋ ਘੱਟ ਇਨਸਾਨ ਨੂੰ ਇਹ ਤਾਂ ਪਤਾ ਹੈ ਨਾ ਕਿ ਮੈਂ ਕੌਣ ਖਾਂ, ਮੇਰਾ ਪਰਿਵਾਰ ਕਿੱਥੇ ਹੈ, ਮੇਰੇ ਪਰਿਵਾਰ ਦੇ ਜੀ ਕਿਹੜੇ ਨੇ, ਮੇਰੇ ਘਰ ਦਾ ਐਡਰੈਸ ਕਿਹੜਾ ਹੈ। ਫਿਰ ਬੇਨਤੀ ਸੁਣਿਓ, ਹਨੇਰੇ 'ਚ ਬਾਹਰ ਰਸਤਾ ਨਹੀਂ ਦਿਸਦਾ, ਹਨੇਰੇ 'ਚ ਬਾਹਰ ਸੜਕ ਨਹੀਂ ਦਿਸਦੀ, ਹਨੇਰੇ 'ਚ ਆਪਣੇ ਪੈਰ ਆਪਣਾ ਹੱਥ ਨਹੀਂ ਦਿਸਦਾ, ਪਰ ਅੰਦਰ ਦੀ ਸਮਝ ਤਾਂ ਰਹਿੰਦੀ ਹੈ ਨਾ, ਮੈਂ ਕੌਣ ਖਾਂ। ਇਹ ਹੈ ਬਾਹਰ ਦਾ ਹਨੇਰਾ। ਅੰਦਰ ਦਾ ਹਨੇਰਾ ਇਹ ਹੈ ਕਿ ਬਾਹਰੋਂ ਬੰਦਾ ਚਮਕਿਆ ਹੈ, ਪਰ ਧੁਰ ਅੰਦਰ ਤੋਂ ਬੰਦੇ ਨੂੰ ਇਹ ਸਮਝ ਨਹੀਂ ਰਹਿੰਦੀ ਵੀ ਮੈਂ ਕੌਣ ਹਾਂ।
मैं काश वास्ते आया। जिस बंदे नूं अपना आपा भुल जाए ਉਹਦੇ अंदर अज्ञानता का खनेरा है। मैं फिर अर्ज करा, बाहर दे खनेरे विच अपना आप समझ रह जाता है मैं कौन खां। अंदर दा खनेरा है जदों बंदे नूं अपना आप ही भुल जाता है कि मैं कौन हाँ। गुरु साहिब किरपा करते हैं। अज्ञानता दा खनेरा ते इहदे विच भी महाराज ने दीवे दी क्यों उदाहरण लई। हनेरा जितना मर्जी पुराना होवे, जिवें एक बेसमेंट एक तहखाना, मान लो कि 500 साल तो उस तहखाने दिए दरवाजे बंद ने, घुप हनेरा है अंदर, तो जेकर कोई इंसान उस दरवाजे का ताला खोलन लगे तो जिन्हों समझ कोई नहीं दीवे बारे, जिन्हों चानन बारे समझ कोई नहीं, वो ये कहन लग पवे भी वेख तू दरवाज़ा ना खोली। क्यों कि ये 500 साल का पुराना हनेरा पिया है, अंधकार है। अगों जिहड़ा चानन का जानकार है वो कहता 500 साल छड्ड, ये 50,000 साल 50 करोड़ साल भी पुराना हनेरा होवे तां भी कोई गल नहीं। वो कहता किवें? वो कहता हनेरा जितना मर्जी पुराना होवे, दीवा बलन दी देर है, पुराने तो पुराना हीरा हनेरा भी खत्म हो जाता है। प्यारिओ अंदर भावें कई जन्मां दा अज्ञानता दे खनेरे विच डुब्बा होवे, गुरु नानक शब्द की एक बारी लो ला दे ते करोड़ां जन्मां दे खनेरे नूं भी खत्म करके रख दिंदा। क्योंकि हनेरा दीवे दे सामने खलो ही नहीं सकता। प्रकाश दे सामने कदी खनेरा ते प्रकाश कट्ठे रही ने। इत्थे महाराज कहंदे ने गुरु मिलिया वड्डे भाग, पर यह गुरु वो पखंडी परपंची नहीं। इन्हें धुर अंदर जिहड़ा अज्ञानता का खनेरा सी उहनूं कट दिता ते अंदर ज्ञान का दीवा बाल दिता। उंज वैसे गुरु ग्रंथ साहिब विच गुरु लई उहदी उपमा लई बेअंत उदाहरणां लईआं। जिवें हुण असीं सरवर का जिक्र किया, इत्थे सरवर का अर्थ गुरु हो गया। उंज महाराज जी ने शब्द वरते आ कि गुर दाता गुर हिवै घर, गुर दीपक त्यों लोए, कि गुरु दीवे की तरह है, गुरु दीपक की तरह, गुरु चानन करदा। भावें उदाहरण ने बाहर दी है, परमात्मा लई भी गुरु जी ने दीवे का उदाहरण दिता है। जदों आपां जाप साहिब पढ़ने आ तो महाराज कहते हैं कि हुसनल चिराग हैं धन गुरु गोबिंद सिंह। गुरु अर्जुन साहिब कहते बलियो चिराग अंधियार में सब कल उधरी एक नाम धर्म। दीवे का जोत का गुरु घर विच बहुत वड्डी इहदी महानता है। पर बदकिस्मती बाहर दीवे सारे मचाई जाते आ ते अंदर मस्या दी रात है। बाहर दे दीवियां नाल सिर्फ तो सिर्फ बाहर दे हनेरे जाते आ, अंदर दा दीवा बल परे ते करोड़ां जन्मां दा हनेरा चला जाता है। महाराज जी ने इत्थे शब्द फिर बेनती सुनियो, मैं दोहरान लगा, गुरु दीवे की तरह। उंज एक बार जदों गुरु नानक साहिब के पुरब ते विचार करदे आ, दास ने अर्ज की सी कि भाई साहब भाई गुरदास साहब ने बड़े संखेप जे जदों गुरु नानक साहब नूं तुलना सूरज नाल दित्ती ना, उत्थे सूरज की तुलना नाल भाई साहब ने धुंध नहीं वरतिया। धुंध उन्होंने सतगुरु नानक तुक नाल वरते, जिहड़ा असीं भाई गुरदास साहब का पाठ करने आ कि सतगुरु नानक प्रगटिया मिट्टी धुंध जग चानन होवा, ज्यों कर सूरज निकलिया तारे छपे अंधेर पलोवा। इत्थे याद रखो, ये नहीं क्या सूरज निकलिया धुंध चली गई। इत्थे महाराज कहंदे आ कि ज्यों कर सूरज निकलिया तारे छपे अंधेर पलोवा। तारे जिहड़े ने वो जज़ब हो गए, छप गए, प्रकाश विच लुक गए, हनेरा जिहड़ा सी वो चला गया। इत्थे तारे छपे है अंधेर पलोवा। तो पहला क्या सतगुरु नानक प्रगटिया मिट्टी धुंध जग जानन होवा। दास ने एक वार अर्ज की सी, प्यारिओ ये दो तुकां भी रमज भरियां ने। धुंध भी हनेरा है ते मस्या दी रात भी हनेरा है। धुंध भी हनेरा है, पर काला हनेरा इतना खतरनाक नहीं जिन्ना धुंध का हनेरा खतरनाक है। मान लो रात हनेरा है काला, तो दीवा बलेगा तुर जाएगा, गड्डी की लाइट ऑन करांगे चला जाएगा, टार्च पकड़ांगे सानू दिसन लग पेगा।
पर धुंध बड़ी खतरनाक है। धुंध चिट्टेपन का भुलेखा पाती है, पर खतरनाक काले खनेरे तो वध है। कई बारी धुंध इन्नी गहरी पैंदी है कि सूरज की भी सारा दिन पेश नहीं जाती। तो जिन्ने बंदे अजकल कई बारी देखने धुंध च लोगों की प्राण जाते ने, शायद इन्ने काले हनेरे च नहीं। भाई साहब क्यों उदाहरण लई धुंध ते काला हनेरा, तारे छपे अंधेर पलोवा। धुंध है हनेरा पर चिट्टे रंग का भुलेखा पाती है। प्यारिओ काला हनेरा घट्टो घट पता है भी सामने दिसदा एक काला है, तो धुंध जिहड़ी वो चिट्टेपन का भुलेखा पाती। इहदे विच मैनूं इंज समझ लगी, पर यह समझ नूं आखिरी ज्ञान नहीं कहांगा। मैनूं इंज प्रतीत हुंदा है कि धुंध उन्हां लोकां लई शब्द वरते है जिहड़े धर्म दे चिन्ह भी पांदे आ, धर्म दे ग्रंथ भी बोलदे आ, धर्म अस्थान ते भी काबज हुंदे आ। भुलेखा बाहरों पैंदा है भी वाकई बिल्कुल चिट्टे साफ ने, पर जदों बंदा विच फस जांदा है, जिवें धुंध च फसे कोई बंदे कई बारी मर जांदे आ। प्यारिओ आम अगियानी बंदे दा इन्ना खतरा नहीं जिन्ना ज्ञान दे उत्ते पाए होए, अगियान दे उत्ते पाए होए चिट्टे चोले तो खतरा है। इत्थे मैं बेनती करांगा किसी एक लई नहीं, ये पूरी मानवता लई। मैनूं याद है प्रोफैसर पूਰਨ सिंह ने एक बारी ये गल बड़ी सोहनी लिखी। वो कहंदा है एक नच्चण वाली जा रही सी, इनू खुले दिल नाल सुणिओ। पैरां च घुंघरू पाए सन, तुरी जा रही सी। एक मुल्ला ने हज़रती रंग का चोला पाया, तो उन्हें जान बुझ के बंदियां च बैठा सी। उन्हें इस गल नूं दस्सण लई कि मैं बड़ा शरई हाँ, मैं बड़ा पक्का हाँ, मैं ईन दा दीन दा बड़ा पक्का हाँ। उन्हें लंघदी कोई उस नाची नूं कहण लगा, कौन है नी तू, कौन है तू। वो खलो गई, कहंदी मुल्ला चेते रखी मैं जो हाँ वो बाहरों भी लोगों नूं पता लग जाता है। सुनियो, तू पुछया मैं कौन हाँ, मैं पैरां च घुंघरू पाए ने, मेरे कपड़े मेरा शिंगार दसदा, मैं नाची हाँ, जो मेरा शिंगार है मैं अंदरों भी होवां, पर तू हजरती रंग का खरे रंग का चोला पाई बैठा है, तू वो कुछ अंदरों नहीं जो कुछ तू बाहरों पाई बैठा है। मैं आपनूं बेनती करा, ये उदाहरण इस करके ली कि उस औरत ने कह दिता कि मैं असल च जो मैली खां ते बाहरों भी मैली खां। जे काला हनेरा है तो वह बाहरों भी काला है, अंदरों भी काला है। इत्थे दुख झुंध ओवे जेड़े जीओ मैले, बाहरों निर्मल, बाहरों निर्मल, वो बाहरों पवित्र है। जिन्होंने बाबा फरीद कहंदा है कि जिन्हां बंदियां दे अंदर बाहर दिसै चानना, दिल अंधियारी रात, काले महंडे कपड़े, काला महंडा वेश, गुनाही भरिया मैं फिरां लोग कहण दरवेश, फरीदा कन मुसला सूब गल, दिल काती गुड़वात, बाहर दिसै चानना दिल अंधियारी रात। बाहरों धुंध दिसदी है, चानना है, धुंध चानण है ना, पर अंदर ते काले हनेरे तो भी खतरनाक है। धर्म नूं कदी अगियानियां बंदियां ते इन्ना नुकसान नहीं होया जिन्ना धुंध तो नुकसान हुंदा है। महाराज सच्चे पातशाह गुरु नानक साहब की गल करदे भाई साहब कहंदे आ, लोको उहदे सामने धुंध भी आई, उहदे सामने काले खनेरे भी आए। जोगी, पंडित, काजी, मुल्ला, नाथ, सरेवड़े, ये सारे धुंध बन के आए। सज्जन ठग पहला सी, कौडा राक्ष, भूमिया चोर, ये बंदे सारे काले खनेरे सन, वो बंदे धुंध सन। मेरे गुरु नानक साहब दे प्रकाश सामने ना प्यारिओ धुंध खलो सकी ते ना काला हनेरा खलो सकिया। असी खुशकिस्मत आ बाबे नानक दे सिख, गुरु नानक दे सिख हाँ प्यारिओ। महाराज कहते ने अज्ञान अंधेरा कट्टिया, गुरु ने अज्ञानता दा हनेरा कट दिता। अंदर की होया, दीवा बलिया। वो दीवा किवें बले? हनेरा तो बड़ा दुखदाई है। महाराज जी ने कहा अंधकार सो कबै न कोई है, राजा रंक दो मिल रुई है। हनेरा हनेरा राजे लिए भी खतरनाक, ते हनेरा प्यारिओ एक मंगते लिए भी खतरनाक। दीवा किवें बले? हुणे मैं पाठ किया, दीवा बले अंधेरा जाए,
कबीर साहब जी कहते आ, क्या पढ़िए क्या गुनिए, क्या वेद पुराना सुनिए, पढ़े सुने क्या कोई, जो सहज न मिलियो सोई, हर का नाम न जपस गावारा, क्या सोचें बारंग बारा। तू पढ़ भी रहे हैं, विचार भी कर रहे हैं, पर पढ़े सुने का की फायदा होवेगा जे तेरे धुर अंदर वो अवस्था नहीं आई जो कुछ मना तू पढ़ रहे हैं। मैं अपने मन को कह रहा, क्या पढ़िया क्या गुनिया, क्या वेद पुराना सुनिया, पढ़े सुने क्या होई, जो सहज न मिलियो सोई, हर का नाम ना जपस गवारा, क्या सोचें बारंग बारा। अंधियारा दीपक चाहिए, हनेरे विच दीवे चाहिए ने, दीवे दियां फोटोआं नाल कदी हनेरा जांदा है? गुरमुखो रात हनेरा है, मैं चलो अज क्योंकि ये अज्ञानता हनेरा है तो आपां कहिए जी साडे कोल पोस्टर हैगा है, साडे कोल एक कैलेंडर फोटो हैगी, उहदे च बलदे हुए दीवे की फोटो वे नहीं, बलदे कोई दीवियां दियां फोटोआं कदी हनेरा नहीं बुझांदियां। हनेरा उत्थे जांदा जिथे खुद दीवा बल पैंदा है। अंधियारे च दीवा चाहिदा है, हनेरे च तलवारां नाल हनेरा कट्टिया जाएगा, डांगां नाल हनेरे नूं घरों बाहर कढ लांगे। महाराज कहते अंधियारा दीपक चाहिए, एक बसता गोचर लई है, बसता गोचर पाई, घट दीपक रहा समाई। हुण वो दीवा बले किवें, किवें वो सतगुरु दीवा बालदे आ। उंज वैसे गुरु नानक साहब महाराज कीती दीपक गुरु ने, ये अपने तो होर दीवे बालदे आ। ये दीवा बले किवें, ਇਹਦਾ उत्तर गुरु नानक साहब जी ने बाणी च बख्शिश किया है। वो बचन है सतगुरु का, बिन तेल दीवा क्यों जल है। मैं तां अर्ज कर रहा, अज्ञान अंधेरा कट्टिया। वो इस तरह कह के तुर पै ते नहीं गल बननी, जिन्नी देर तक वो दीवा बले ना। तो महाराज ने शब्द, ये शब्द है, आ छल छलाई न चलै, न घाओ कटारा कर सकै। इस दियां तुकां ने, बिन तेल दीवा क्यों जलै, तेल तो बिना दीवा नहीं बलना। बाबा जी फिर दसो किमें बले। तो महाराज कहते आ, पोथी पुराण कमाई है, जिहड़ी पोथी जिहड़े ग्रंथ जिहड़े तू पढ़ रहा है उहदी कमाई कर, वो तेल बनेगा तेरी करनी दा। पोथी पुराण कमाई है, भौ वट्टी इत तन पाई है। इस दीवे दे विच परमात्मा दे भै दी वट्टी पा। फिर बिनती, पोथी पुराण कमाई है, इहदी कमाई कर, जो तेनू कहे इनू जीवन च मन लै, अपना लै। भौ परमात्मा दे भै दी वट्टी पा। ते ये वट्टी नू जिहड़ा तू बत्ती नू चिनग लानी है ना, वो सिमरन दी, नाम दी, सच बूझण आण जलाई है। ये तेल दीवा इऊं जलै, कर चानण साहिब तो मिले। ये इस तरह बलेगा। हुण अज्ञानता, इहदा हनेरा ज्ञान दे दीवे नाल जाना है। वो अज्ञानता च बहुत कुछ है जी। मैं एक बचन आप जी नूं धन गुरु गोबिंद सिंह जी का जरूर साझा कर देना। मैं मेरा ख्याल है सब नूं चेते होना है, जिहड़े गजूर दे 33 सवैये ने ना, इहदी पहली तुक है जगन दे नाल, ते अंतली तुक है अंदर जग पेगा। पहला बचन है, उंज वैसे कहा जाता है खालसे की डेफिनेशन ये, तो ये मैं बेनती कराँगा, सारा अज्ञानता का हनेरा आ जाना है। वो सुनियो, अज्ञान अंधेरा कट्टिया। उहदे विच महाराज कहते आ, जागत जोत जपै निसबासुर, एक बिना मन नैक ना आनै। तुक आपां पढ़ रहे हैं, अज्ञान अंधेरा कट्टिया, गुर ज्ञान घट बलिया। महाराज कहते आ, सब तो पहला जिहड़ा जग दी जोत, उत्थे परमात्मा नूं भी जोत किया, दीपक किया। जागत जोत जपै निसबासुर, जिहड़ा दिन और रात जग दी जोत पार ब्रह्म परमेश्वर दे नाम नूं जपदा है। जागत जोत जपै निसबासुर। ते कि पहला अज्ञानता दा हनेरा एक है कि जेड़े बंदे रब दी थां ते होर नूं रब बना के पूज रहे आ। महाराज कहंदे ने, गुरु सब तो पहला बख्शिश करदा है, एक बिना मन नैक ना आनै। जेड़ा एक नूं जपदा है
ਉਹ ਇੱਕ ਤੋਂ ਬਿਨਾ ਦੂਜੇ ਨੂੰ ਅੰਦਰ ਆਉਣ ਹੀ ਨਹੀਂ ਦਿੰਦਾ। ਜਾਗਤ ਜੋਤ ਜਪੈ ਨਿਸਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ। ਇੱਕ ਨਾਮ ਤੋਂ ਬਿਨਾ, ਇੱਕ ਸਿਮਰਨ ਤੋਂ ਬਿਨਾ ਕਿਸੇ ਦੂਜੇ ਨੂੰ ਨਹੀਂ ਆਉਣ ਦਿੰਦਾ। ਦੂਜਾ ਕੌਣ ਜੀ? ਹੁਣ ਅਗਲੀ ਤੋਕੇ ਪੂਰਨ ਪ੍ਰੇਮ ਪ੍ਰਤੀਤ ਸਜੈ। ਉਹ ਖੁਸ਼ਕ ਗਿਆਨ ਨਹੀਂ ਕੇਵਲ, ਉਹਦੇ ਅੰਦਰ ਪੂਰਨ ਪ੍ਰੇਮ ਪ੍ਰਤੀਤ, ਇੱਕ ਪ੍ਰੀਤ ਦੂਜਾ ਪ੍ਰਤੀਤ। ਉਸ ਅੰਦਰ ਜਪ ਕੇ ਪ੍ਰੀਤ ਤੇ ਪ੍ਰਤੀਤ ਪੈਦਾ ਹੁੰਦੀ ਹੈ। ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਲ ਨਾ ਮਾਨੈ। ਆਹ ਹੈ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਘਟ ਬਲਿਆ। ਫਿਰ ਅਰਥ ਸੁਣਿਓ ਕਿ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ, ਉਹ ਵਰਤ ਨਹੀਂ ਰੱਖਦਾ। ਮੈਂ ਪਿਛਲੇ ਦਿਨ ਵੀ ਇੱਕ ਬੇਨਤੀ ਕੀਤੀ ਸੀ। ਜਿਸ ਦਿਨ ਆਇਆ ਸੀ ਸ਼ਲੋਕ ਆਇਆ ਸੀ ਨਾ, ਤੀਰਥ ਵਰਤ ਅਰਦਾਨ ਕਰ। ਗੁਰਮੁਖੋ ਯਾਦ ਰੱਖਿਓ, ਸਿੱਖੀ ਵਿੱਚ ਬਾਹਰ ਮੁਖੀ ਵਰਤਾਂ ਨੂੰ ਕੋਈ ਥਾਂ ਨਹੀਂ। ਜਿਹੜੇ ਆਪਾਂ ਘਰਾਂ 'ਚ ਬੈਠੀਆਂ ਬੀਬੀਆਂ ਭੈਣਾਂ ਸੁਣ ਰਹੀਆਂ ਨੇ, ਮੇਰੀ ਹੱਥ ਜੋੜ ਕੇ ਬੇਨਤੀ ਹੈ, ਜੇ ਵਰਤ ਰੱਖਣਾ ਹੀ ਹੈ ਤੇ ਜ਼ਬਾਨ ਤੇ ਰੱਖ ਲਓ। ਵਰਤ ਰੱਖਣਾ ਤੇ ਕੰਨਾਂ ਤੇ ਰੱਖ ਲਈਏ, ਵਰਤ ਰੱਖਣਾ ਤੇ ਅੱਖਾਂ ਦਾ ਰੱਖ ਲਈਏ। ਗੁਰੂ ਘਰ ਵਿੱਚ ਕਰਵਾ ਚੌਥ ਆ ਹੋਈ, ਕਿਸੇ ਕਿਸਮ ਦਾ ਕੋਈ ਵਰਤ ਉਹਨੂੰ ਕੋਈ ਥਾਂ ਨਹੀਂ। ਗੁਰੂ ਘਰ ਵਿੱਚ ਤਾਂ ਇਹ ਹੈ, ਉਨੀ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ। ਇੱਥੇ ਮੈਂ ਅਰਜ਼ ਕਰਾਂਗਾ, ਵਰਤ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ, ਕਬਰਾਂ ਨੂੰ ਪੂਜਣਾ, ਜਿਹੜਾ ਬਹੁਤ ਜ਼ਿਆਦਾ ਪੰਜਾਬ ਦੀ ਧਰਤੀ 'ਤੇ ਹੋ ਰਿਹਾ। ਅਤੇ ਮੈਂ ਉਸ ਦਿਨ ਵੀ ਕਿਹਾ ਸੀ, ਇਸ ਅੱਜ ਦੀ ਕਥਾ ਨੂੰ ਸੰਕੀਰਨਤਾ ਨਾਲ ਜਾਣਾ, ਇਹ ਵੀ ਤਾਂ ਅਗਿਆਨਤਾ ਦਾ ਹਨੇਰਾ ਹੈ। ਇਹ ਵੀ ਇੱਕ ਦਿਨ ਇੱਕ ਮੁਸਲਮਾਨ ਕਹਿ ਰਿਹਾ ਸੀ, ਉਹ ਮੋਮਿਨੋ, ਉਹ ਮੁਸਲਮਾਨੋ, ਕਬਰਾਂ ਨੂੰ ਪੂਜਣ ਵਾਲਿਓ, हिंदू खड़ी कोई मूर्त को पूजता है, तुम पड़ी कोई मूर्त को पूजते हो। गुरु घर च कबरां दी पूजा नूं कोई था नहीं। जिहड़ा कबर पूजेगा एक दिन खुद कबर दा रूप हो जाएगा। महाराज कहंदे ब्रत गोर मड़ी आ समाधां नूं जठेरियां नूं इन्हां नूं कोई पूजन दी थां नहीं। ब्रत गोर मड़ी मठ दे धारियां अडंबरियां दे डेरे, मठ भूल ना माने, भुल के भी उन्होंने अपनी जिंदगी च ना मन्ने। ये है जिदे अंदर ज्ञान का दीवा बलिओ त्याग दे। जागत जोत जपै निसबासुर एक बिना मन नैक ना आनै। पूर्ण प्रेम प्रतीत सजै ब्रत गोर मड़ी मठ भूल ना मानै। तीर्थ दान दया तब संयम एक बिना न एक पछानै। वखावे दा तीर्थ स्नान, हौमे वाले दान, बाहर मुखी खट करके संयम करने। अगे गुरु गोबिंद सिंह ने एक बिना, एक रब तो बिना किसी दूजे नूं ना पछाणे, सिर्फ एक नूं मन्ने। अगे फिर गुरु जी पता की कहिंदे आ, मैं तां इहदे ते प्रमाण टुकाया कि अज्ञान अंधेरा कट्टिया गुर ज्ञान घट बलिया। फिर इसनूं पालीए जागत जोत जपै निसबासुर एक बिना मन नैक न आनै। पूर्ण प्रेम प्रतीत सजै ब्रत गोर मड़ी मठ भूल ना मानै। तीर्थ दान दया तब संयम एक बिना न एक पछानै। ये केवल हठकर्मी नहीं, पूर्ण जोत जगह घट में। महाराज कहते ने ज्ञान घट बलिया। पूर्ण जोत जगह घट में तब खालस ताहे न खालस जाने। ओ ही खालसा है जिहड़ा इन्हां चीज़ां तो मुक्त हो गया। जे उत्ते किरपान पाई ते देरधारियां दा डेरा। मैनू बख्श दिया जे ਜਿਹੜੇ गुरु ग्रंथ साहिब ते आस्था ही नहीं रखते तो उत्थे कहे जी नहीं। महाराज कहते नहीं, अंदर अजे भी अज्ञानता है, विखावे का चिन्ह है। पूर्ण जोत जगह घट में तब खालस ताए ना खालस जानना। वो है खालस। गुरु जी कहते आ वड्डे भाग ने सतगुरु मिले है। अज्ञान अंधेरा कट्टिया गुर ज्ञान घट बलिया। खिरदे विच गुरु ने ज्ञान का शब्द का दीवा बाल दिता। ये विआह है जी, जिहदा विआह हुंदा रब नाल उहदे अंदर बलदा है। विआह होवा मेरे बाबला गुरमुखे हर पाया। अज्ञान अंधेरा कट्टिया गुर ज्ञान प्रचंड बलाया। बलिया गुर ज्ञान अंधेरा बिनसिया। हर रतन पदार्थ लादा। हम मैं रो गया दुख लाथा। आप आपै गुरमत खादा। गुरु जी कह रहा अज्ञान अंधेरा कट्टिया गुर ज्ञान घट बलिया। हर लद्दा रतन पदार्थ हो है तां घर च सब कुछ सी, पर हनेरे करके दिसदा नहीं सी पिया। जदों गुरु जी ने शब्द का दीवा बाल दिता,
फिर इन्नी की कृपा हो गई। सच्चे पातशाह महाराज कहते ने उस दीवे की कृपा नाल अंदरों नाम का कीमती रतन लभ गया। हठ मंजाहूँ मैं मानक लद्दा, मुल ना किदा, मैकू सतगुर दिता, ढूंढ मझाई थिया थिता, जन्म पदार्थ नानक जिता। मेरा हीर है रतन नाम हर बसिया, गुर हाथ धरियो मेरा माथा, ज्ञान अंजन गुर दिया, अज्ञान अंधेर विनाश, हर कृपा ते संत भेटिया, नानक मन प्रगाश। महाराज कह रहे ने हर लद्दा रतन पदार्थ हो, फिर बौड़ ना चलिया, इस नाम धन ने जाना नहीं, इन्हें सदैव रहना। अगन ना दह पवन नहीं मगन, तस्कर नेर ना जावै, राम नाम धन कर संचौनी, सो धन कतै ना जावै। ये फिर बौर ना चलिया, ये किते नहीं जाएगा, कोल रहेगा। महाराज खीर ते कहंदे आ सिखो सच ए जे जन नानक नाम आराध्या। दास नानक ने परमेश्वर दे नाम नू आराधना कीता है, आराध हर मिलिया। मैनू आराध के सिमर के जप के उहदी प्राप्ति हुई है। तुसी परमेश्वर दे नाम शब्द दे दीवे नाल जुड़ांगे। खुशकिस्मतां प्यारिओ, गुरु ग्रंथ साहिब जैसा मुर्शद कहे किते भी जाओगे सबनी थाई नाल, किते भी जप करोगे बाणी पढ़ोगे, हिरदे दे भरम भुलेखे दूर करेगा। इन्नियां को बेनतियां प्रवान करनियां।